प्यारे विद्यार्थियों, आज की इस विज्ञान क्लास ਦੇ ਵਿੱਚ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਇਸ 10ਵੀਂ ਕਲਾਸ ਦੀ ਵਿਗਿਆਨ ਦੇ ਵਿੱਚ ਜਿਹੜਾ ਪਾਠ ਆਪਾਂ ਪੜ੍ਹਨ ਜਾ ਰਹੇ ਹਾਂ ਉਹ ਹੈ ਪ੍ਰਕਾਸ਼, ਪਰਾਵਰਤਨ ਅਤੇ ਅਪਵਰਤਨ, ਲਾਈਟ, ਰਿਫਲੈਕਸ਼ਨ ਐਂਡ ਰੀਫ੍ਰੈਕਸ਼ਨ। ਪਿਆਰੇ ਵਿਦਿਆਰਥੀਓ, ਆਪਾਂ ਸਾਰਾ ਦਿਨ ਜਦੋਂ ਵੀ ਧੁੱਪੇ ਬਾਹਰ ਹੁੰਦੇ ਆ ਤਦ ਆਪਾਂ ਇੱਕ ਦੂਜੇ ਨੂੰ ਆਸ-ਪਾਸ ਦੇਖਦੇ ਆ, ਆਸ-ਪਾਸ ਪੇੜ ਦੇਖਦੇ ਆ, ਪੰਛੀ ਦੇਖਦੇ ਆ, ਆਪਾਂ ਹੋਰ ਯਾਤਾਯਾਤ ਦੇ ਸਾਧਨ ਦੇਖਦੇ ਆ। ਕਦੀ ਤੁਸੀਂ ਇਮੈਜੀਨੇਸ਼ਨ ਕੀਤੀ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਕਿਵੇਂ ਦੇਖ ਪਾਉਂਦੇ ਆ? ਜੇਕਰ ਅਸੀਂ ਉਹੀ ਕਿਸੇ ਹਨੇਰੇ ਕਮਰੇ 'ਚ ਚਲੇ ਜਾਈਏ ਤਾਂ ਕੀ ਵਾਪਰਦਾ ਹੈ? ਆਓ ਦੇਖਦੇ ਹਾਂ। ਕੀ ਤੁਸੀਂ ਮੈਨੂੰ ਹੁਣ ਦੇਖ ਪਾ ਰਹੇ ਹੋ? ਮੈਨੂੰ ਪੂਰੀ ਆਸ ਹੈ ਕਿ ਸ਼ਾਇਦ ਤੁਸੀਂ ਮੈਨੂੰ ਨਹੀਂ ਦੇਖ ਪਾ ਰਹੇ, ਪਰੰਤੂ ਜਦੋਂ ਲਾਈਟ ਜਾਂ ਪ੍ਰਕਾਸ਼ ਆ ਜਾਂਦੀ ਹੈ ਚਾਰੇ ਪਾਸੇ ਤਦ ਅਸੀਂ ਇੱਕ ਦੂਜੇ ਨੂੰ ਦੇਖ ਪਾਉਂਦੇ ਹਾਂ। ਤਾਂ ਇਸ ਤੋਂ ਕੀ ਸਾਬਤ ਹੁੰਦਾ? ਤਾਂ ਬੱਚਿਓ, ਇਸ ਤੋਂ ਸਾਨੂੰ ਸੋਚਣ ਦੀ ਲੋੜ ਹੈ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪ੍ਰਕਾਸ਼ ਤੋਂ ਬਿਨਾਂ ਅਸੀਂ ਵਸਤੂਆਂ ਨੂੰ ਨਹੀਂ ਦੇਖ ਸਕਦੇ। ਸੋ ਸਾਨੂੰ ਕਿਸੇ ਵੀ ਵਸਤੂ ਨੂੰ ਦੇਖਣ ਲਈ ਪ੍ਰਕਾਸ਼ ਦੀ ਲੋੜ ਹੈ। ਪਰ ਅਸਲ ਵਿੱਚ ਵਰਤਾਰਾ ਵਾਪਰਦਾ ਕਿੱਦਾਂ ਹੈ? ਜਦੋਂ ਵੀ ਪ੍ਰਕਾਸ਼ ਕਿਸੇ ਵਸਤੂ ਤੇ ਪੈਂਦਾ ਹੈ ਤਾਂ ਵਸਤੂ ਤੇ ਪੈਣ ਤੋਂ ਬਾਅਦ ਉਹ ਉਸ ਵਸਤੂ ਨਾਲ ਟਕਰਾ ਕੇ ਵਾਪਸ ਪਰਾਵਰਤਿਤ ਹੋ ਜਾਂਦਾ ਹੈ, ਮੁੜ ਜਾਂਦਾ ਹੈ। ਤੇ ਜਦੋਂ ਸਾਡੀਆਂ ਅੱਖਾਂ ਉਹ ਪ੍ਰਕਾਸ਼ ਨੂੰ ਰਿਸੀਵ ਕਰਦੀਆਂ ਨੇ, ਜਦੋਂ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ ਤਾਂ ਸਾਨੂੰ ਉਹ ਵਸਤੂ ਕਲੀਅਰਲੀ ਦਿਖਾਈ ਦੇਣ ਲੱਗਦੀ ਹੈ। ਤਾਂ ਆਓ ਅੱਜ ਆਪਾਂ ਇਸ ਬਹੁਤ ਹੀ ਪ੍ਰਕਾਸ਼ੀ ਵਰਤਾਰਿਆਂ ਨਾਲ ਭਰਿਆ ਚੈਪਟਰ ਦੀ ਸ਼ੁਰੂਆਤ ਕਰੀਏ ਤੇ ਸਭ ਤੋਂ ਪਹਿਲਾਂ ਅਧਿਐਨ ਕਰੀਏ ਕਿ ਪ੍ਰਕਾਸ਼ ਦਾ ਪਰਾਵਰਤਨ ਕੀ ਹੈ। ਬੇਟੇ, ਅਸੀਂ ਸਾਰੇ ਗੇਂਦ ਨਾਲ ਖੇਡਦੇ ਹਾਂ। ਅਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਕੋਈ ਗੇਂਦ ਨੂੰ ਅਸੀਂ ਕਿਸੇ ਦੀਵਾਰ ਦੇ ਨਾਲ ਮਾਰਦੇ ਹਾਂ ਤਾਂ ਉਹ ਵਾਪਸ ਸਾਡੇ ਕੋਲ ਆ ਕੇ ਰੀਬਾਉਂਡ ਹੋ ਕੇ ਬੈਕ ਸਾਡੇ ਕੋਲ ਆਉਂਦੀ ਹੈ। ਜਿਸ ਮਾਧਿਅਮ ਚੋਂ ਬਾਲ ਨੂੰ ਮਾਰਿਆ ਗਿਆ ਸੀ ਉਸੇ ਮਾਧਿਅਮ ਦੇ ਵਿੱਚ ਬਾਲ ਵਾਪਸ ਆਉਂਦੀ ਹੈ। ਦੇਖੋ ਇੱਕ ਵਾਰ ਦੁਬਾਰਾ ਬਾਲ ਤੁਹਾਡੇ ਹੱਥ 'ਚ ਦੁਬਾਰਾ ਆ ਜਾਏਗੀ। ਤਾਂ ਇਸੇ ਪ੍ਰਕਾਰ ਇਹ ਵਰਤਾਰਾ ਪ੍ਰਕਾਸ਼ ਨਾਲ ਵੀ ਹੈ ਕਿ ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਕਿਸੇ ਚਮਕਦਾਰ ਸਤ੍ਹਾ ਤੇ ਟਕਰਾਉਂਦੀਆਂ ਹਨ ਤਾਂ ਟਕਰਾ ਕੇ ਵਾਪਸ ਉਸੇ ਮਾਧਿਅਮ ਦੇ ਵਿੱਚ ਵਾਪਸ ਆ ਜਾਂਦੀਆਂ ਹਨ। ਇਸ ਨੂੰ ਅਸੀਂ ਪ੍ਰਕਾਸ਼ ਦਾ ਪਰਾਵਰਤਨ ਆਖਦੇ ਹਾਂ ਜਾਂ ਰਿਫਲੈਕਸ਼ਨ ਆਫ ਲਾਈਟ। ਦੁਬਾਰਾ ਇੱਕ ਰੇ ਡਾਇਗਰਾਮ ਬਣਾ ਕੇ ਦੇਖਦੇ ਹਾਂ ਕਿ ਪ੍ਰਕਾਸ਼ ਦਾ ਪਰਾਵਰਤਨ ਯਾਨੀ ਰਿਫਲੈਕਸ਼ਨ ਆਫ ਲਾਈਟ ਕਿਵੇਂ ਵਾਪਰਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਤ੍ਹਾ ਹੈ ਔਰ ਸਤ੍ਹਾ ਦੇ ਮੈਂ ਇੱਕ ਪਾਸੇ ਪਾਲਿਸ਼ ਦਿਖਾ ਰਿਹਾ, ਰੈਪਰੈਜ਼ੈਂਟ ਕਰ ਰਿਹਾ ਵੀ ਸਤ੍ਹਾ ਹੈ ਜਿਹੜੀ ਇਸਦੀ ਪਿਛਲੀ ਸਤ੍ਹਾ ਹੈ ਉਹ ਪਾਲਿਸ਼ ਕੀਤੀ ਹੋਈ ਹੈ, ਔਰ ਜਿਹੜੀ ਸਾਹਮਣੇ ਵਾਲੀ ਸਤ੍ਹਾ ਹੈ ਇਹਦੀ ਤਾਂ ਇਹ ਚਮਕਦਾਰ ਹੈ। ਇਹਨੂੰ ਆਪਾਂ ਕਹਿ ਸਕਦੇ ਹਾਂ ਰਿਫਲੈਕਟਿੰਗ ਸਰਫੇਸ ਹੈ ਇਹਦਾ, ਇਹ ਇੱਥੋਂ ਦੀ ਪਰਾਵਰਤਨ ਹੋ ਸਕਦਾ। ਤਾਂ ਜਦੋਂ ਇੱਕ ਪ੍ਰਕਾਸ਼ ਦੀ ਕਿਰਨ ਇਸ ਸਤ੍ਹਾ ਤੇ ਟਕਰਾਉਂਦੀ ਹੈ ਤਾਂ ਜਿਹੜੇ ਪੁਆਇੰਟ ਤੇ ਟਕਰਾਉਂਦੀ ਹੈ ਇਸ ਨੂੰ ਬੋਲਦੇ ਆ ਪੁਆਇੰਟ ਆਫ ਇਨਸੀਡੈਂਸ, ਆਪਤਨ ਬਿੰਦੂ ਬੋਲਦੇ ਆ ਇਸ ਨੂੰ। ਤੇ ਇਹ ਪ੍ਰਕਾਸ਼ ਦੀ ਕਿਰਨ ਨੂੰ ਬੋਲਦੇ ਆ ਆਪਾਤੀ ਕਿਰਨ। ਯਾਨੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਕਾਸ਼ ਦੀ ਕਿਰਨ ਜਿਹੜੀ ਸਰਫੇਸ ਤੇ ਟਕਰਾਈ ਉਹ ਪੁਆਇੰਟ ਆਫ ਇਨਸੀਡੈਂਸ ਤੇ ਜਾ ਕੇ ਉਸ ਸਤ੍ਹਾ ਤੇ ਟਕਰਾਉਂਦੀ ਹੈ। ਤਾਂ ਪੁਆਇੰਟ ਆਫ ਇਨਸੀਡੈਂਸ ਤੇ ਆਪਾਂ ਉਸ ਸਤ੍ਹਾ ਦੇ ਬਿਲਕੁਲ 90 ਡਿਗਰੀ ਤੇ ਇੱਕ ਨਾਰਮਲ ਯਾਨੀ ਅਭਿਲੰਬ ਜਿਸ ਨੂੰ ਕਹਿੰਦੇ ਆ ਉਹ ਡਰਾ ਕਰ ਲੈਂਦੇ ਆ। ਤੇ ਹੁਣ ਆਪਾਂ ਦੇਖਦੇ ਹਾਂ ਕਿ ਇਹ ਰੇ, ਇਸ ਜਿਹੜੀ ਪ੍ਰਕਾਸ਼ ਦੀ ਕਿਰਨ ਗਈ ਹੈ ਇਹ ਹੁਣ ਕਿੱਥੇ ਜਾਏਗੀ? ਬਿਲਕੁਲ ਸਹੀ, ਇਹ ਹੁਣ ਪਰਾਵਰਤਿਤ ਹੋ ਕੇ ਉਸੇ ਮਾਧਿਅਮ ਦੇ ਵਿੱਚ ਵਾਪਸ ਆਏਗੀ। ਤੁਸੀਂ ਦੇਖੋਗੇ ਕਿ ਪ੍ਰਕਾਸ਼ ਦੀ ਕਿਰਨ ਇੱਧਰ ਮਾਧਿਅਮ ਦੇ ਵਿੱਚ ਇਹ ਚਲੀ ਗਈ ਹੈ। ਸੋ ਇਹ ਕਿਰਨ ਹੋਏਗੀ ਪਰਾਵਰਤਿਤ ਕਿਰਨ। ਤਾਂ ਬੇਟੇ ਉਰੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਜਿਹੜੀ ਆਪਾਤੀ ਕਿਰਨ ਹੈ, ਆਪਾਤੀ ਕਿਰਨ ਤੇ ਅਭਿਲੰਬ ਇਹ ਦੋਨਾਂ ਦੇ ਵਿਚਕਾਰ ਇੱਕ ਕੋਣ ਬਣੇਗਾ। ਇਸ ਕੋਣ ਨੂੰ ਅਸੀਂ ਕਹਾਂਗੇ ਕੋਣ I ਜਾਂ ਅਸੀਂ ਕਹਾਂਗੇ ਆਪਾਤੀ ਕੋਣ, ਐਂਗਲ ਆਫ incidence, angle of incidence
ਕੋਣ I। इसी तरीके नाल जिहड़ी परावर्तित किरण है, परावर्तित किरण अते अभिलंब दे विचकार भी एक कोण बनेगा, उस कोण नूं असीं कहांगे एंगल R या रिफ्लैक्टेड एंगल, एंगल ऑफ रिफ्लैक्शन एंगल R। तो बेटे इस रे डायग्राम तो बड़ा क्लियर इत्थों दिखाई दे रहा है कि ये प्रकाश की किरण आई, आपाती किरण पॉइंट ऑफ इंसिडेंस तो वापस उसी माध्यम दे विच होगी, रीबाउंड होगी, एंड दिस फिनोमिनन इज नोन एज रिफ्लेक्शन ऑफ लाइट। तो बेटे इहदे नाल ही इसदे लॉस भी हैं, इसदे नियम भी हैं। आप सारे जानते हैं कि प्रकाश के परावर्तन दे दो नियम है। सो पहला नियम है जिहड़ा प्रकाश के परावर्तन दा, वो है कि एंगल आई हमेशा एंगल आर दे बराबर होगा। दैट इज एंगल आई इज इक्वल टू एंगल आर। भाव ये दा कि जे एंगल आई यानी आपाती किरण अते विलंब दे विचकार जिहड़ा कोण है वो 30 डिग्री है, तां परावर्तित कोण ते अभिलंब दे विचकार भी 30 डिग्री होएगा। पर यही जे रे ऑफ लाइट असी थोड़ी जी होर सलांट कर दिए, भाव इथों दी रे ऑफ लाइट ले जाइए ते ये एंगल 30 की बजाय 60 कर दिए, तां ये वाला एंगल भी, ये परावर्तन भी, परावर्तित जिहड़ी रे जाएगी ओदा भी इहदे नाल 60 डिग्री कोण बनेगा। मींस परावर्तन का पहला नियम है कि एंगल ऑफ इंसिडेंस इज इक्वल टू एंगल ऑफ रिफ्लेक्शन। बेटा दूसरा नियम है जिहड़ा प्रकाश के परावर्तन का, वो है कि आपाती किरण अभिलंब एट द पॉइंट ऑफ इंसिडेंस ते परावर्तित किरण ये इको ही तल ते हुंदे हन। दैट इज इंसिडेंट रे नॉर्मल एट द पॉइंट ऑफ इंसिडेंस एंड रिफ्लेक्टेड रे ऑल लाई इन द सेम प्लेन। सो बेटे तुसी समझ गए होंगे हुण कि प्रकाश का परावर्तन की है अते प्रकाश के परावर्तन दे नियम किहड़े-किहड़े हन। तो प्यारे बच्चों तुसी देख सकते हो कि तुहानू बोर्ड के उत्ते क्या दिखाई दे रहा है। मैंने दो गोले बनाए हैं और ये गोले दे बाहर वाली सतह जिहड़ी बाहर मैं पॉलिश की हुई है, और जिहड़ा ये वाला गोला देख रहे हो ये गोले दे अंदर पॉलिश की हुई है। सो मैं तुहानू ये दसना चाहना कि स्फेरिकल मिरर्स जिन्हां नूं असीं गोलाकार दर्पण बोलते हैं, ये की हुंदे है। सो दर्पण कल्ला समतल दर्पण ही नहीं हुंदा, दर्पण गोलाकार दर्पण भी हुंदे ने जिन्हां नूं कर्व्ड मिरर्स भी कहंदे आ। उन्हां दी जिहड़ी सतह हुंदी है वो समतल नहीं हुंदी लेकिन कर्व्ड हुंदी है, या तो इनर सरफेस तो कर्व्ड होणगे या आउटर सरफेस तो कर्व्ड होणगे, रिफ्लैक्टिंग सरफेस उन्हां दा। तां आपां ने ये देखना है कि स्फेरिकल मिरर यानी गोलाकार दर्पण है की। तो मैं तुहानूं दसना चाहना कि तुसीं इस नूं ध्यान नाल देखो डायग्राम नूं। इस डायग्राम दे विच आउटर सरफेस है जिहड़ी वो ये गोलाकार कच दे गोले की आउटर सरफेस पॉलिश्ड है। मान लो ये कच का गोला एक, इसकी बाहरली सतह पॉलिश्ड है ते अंदरली सतह रिफ्लैक्टिंग है, जिन्हों परावर्तक कहा जा सकता है। जिवें यह कच के गोले नूं अद्धा इत्थों दी भाग लै लाईदा, एक इन्ना क भाग आ वाला भाग ले लिया। सो एक कच के गोले का हिस्सा बन गया ये वाला दर्पण। सो कच के गोले का वो हिस्सा जिहदी बाहरली सतह पॉलिश की अते अंदरली सतह परावर्तक है, यानी आउटर सरफेस इज पॉलिश्ड एंड इनर सरफेस इज रिफ्लैक्टिंग। इस नूं असीं बोलते हैं बेटे अवतल दर्पण। अवतल दर्पण एक बार दोबारा पछाण लो। कच के गोले का वो सतह एक सतह जिहड़ी आउटर पॉलिश्ड है और इनर रिफ्लैक्टिंग है, उसनूं असीं बोलते हैं अवतल दर्पण या कनकेव मिरर। जबकि जिहड़ा दूसरा तुसीं कच का गोला देख रहे हो उसकी इनर साइड पॉलिश्ड है,
ਜੇ ਧਿਆਨ ਨਾਲ ਦੇਖੀ ਜਾਵੇ ਵੀ ਉਹਦੀ ਇਨਰ ਸਾਈਡ ਪੋਲਿਸ਼ਡ ਹੈ, ਆਪਾਂ ਐਦਾਂ ਦਿਖਾ ਸਕਦੇ ਹਾਂ। ਸੋ ਆ ਵੀ ਕੱਚ ਦਾ ਗੋਲਾ, ਆ ਦਰਪਣ ਹੈ ਜਿਹੜਾ, ਇਹ ਵੀ ਕੱਚ ਦੇ ਗੋਲੇ ਦਾ ਇੱਕ ਭਾਗ ਬਣ ਗਿਆ ਜਿਹਦੀ ਅੰਦਰ ਦੀ ਸਤ੍ਹਾ ਪੋਲਿਸ਼ ਅਤੇ ਬਾਹਰ ਦੀ ਰਿਫਲੈਕਟਿੰਗ ਹੈ। ਇਸ ਨੂੰ ਅਸੀਂ ਬੋਲਾਂਗੇ ਉੱਤਲ ਦਰਪਣ या कन्वैक्स मिरर। सो साडे कोल गोलाकार दर्पण असी दो किस्म के पढ़ने हैं, एक कनकेव मिरर ते एक कन्वैक्स मिरर। सो व्हाट आर स्फेरिकल मिरर्स? स्फेरिकल मिरर्स आर द पार्ट ऑफ ए होलो स्फीयर। एक होलो स्फीयर का एक भाग है whose one side is polished and other side is reflecting. If the outer side is polished and inner is reflecting, then it is known as concave mirror. And in case if inner side is polished and outer side is reflecting, then it is known as convex mirror. ਤਾਂ ਇਹ ਦੋ ਮਿਰਰਸ ਬਾਰੇ ਅਸੀਂ ਦੇਖਿਆ। ਸਭ ਤੋਂ ਪਹਿਲਾਂ ਹੁਣ ਅਸੀਂ ਅਵਤਲ ਦਰਪਣ ਬਾਰੇ ਸਟੱਡੀ ਕਰਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਅਵਤਲ ਦਰਪਣ ਹੈ। ਸੋ ਅਵਤਲ ਦਰਪਣ ਕੀ ਸੀਗਾ? ਇੱਕ ਕੱਚ ਦੇ ਗੋਲੇ ਦਾ ਹਿੱਸਾ ਜਿਹਦੀ ਬਾਹਰਲੀ ਸਤ੍ਹਾ ਪੋਲਿਸ਼। ਤਾਂ ਅਸੀਂ ਇਸ ਦਰਪਣ ਦਾ ਮਿਡ ਪੁਆਇੰਟ ਹੈ ਜਿਹੜਾ, ਉਸ ਨੂੰ ਅਸੀਂ ਬੋਲਦੇ ਹਾਂ P ਪੁਆਇੰਟ ਨਾਲ ਡਿਨੋਟ ਕਰ ਰਹੇ ਹਾਂ, ਜਿਸ ਨੂੰ ਬੋਲਦੇ ਹਾਂ ਪੋਲ ਜਾਂ ਸ਼ੀਰਸ਼। ਇਟ ਇਜ਼ ਦਾ ਸੈਂਟਰਲ ਪਾਰਟ ਆਫ ਦ ਕਨਕੇਵ ਮਿਰਰ। ਇਹਨੂੰ ਬੋਲਦੇ ਹਾਂ ਅਸੀਂ ਪੋਲ ਜਾਂ ਧਰੁਵ ਵੀ ਬੋਲ ਸਕਦੇ ਹਾਂ, ਸ਼ੀਰਸ਼ ਵੀ ਬੋਲ ਸਕਦੇ ਹਾਂ। ਸੋ ਇਟ ਇਜ਼ ਨੋਨ ਐਸ ਪੋਲ ਔਰ ਸ਼ੀਰਸ਼। ਤਾਂ ਜੇ ਅਸੀਂ ਇਹ ਗੋਲਾ ਪੂਰਾ ਬਣਾਇਆ ਹੁੰਦਾ ਤਾਂ ਇਹਦਾ ਇੱਕ ਮਿਡ ਪੁਆਇੰਟ ਵੀ ਹੋਣਾ ਸੀ। ਜਿਹੜਾ ਮਿਡ ਪੁਆਇੰਟ ਹੋਣਾ ਸੀ ਉਸ ਨੂੰ ਅਸੀਂ ਬੋਲਾਂਗੇ C, which is known as center of curvature, ਵਕਰਤਾ ਕੇਂਦਰ। ਇਸ ਨੂੰ ਅਸੀਂ C ਨੂੰ ਵਕਰਤਾ ਕੇਂਦਰ, center of curvature ਬੋਲਾਂਗੇ। ਬੜੇ ਜੇ ਪੋਲ ਔਰ center of curvature ਜਿਹੜਾ ਇਹ ਪੁਆਇੰਟ ਹੈ, ਪੋਲ ਔਰ center of curvature, ਮੈਂ ਚਾਹਨਾ ਤੁਸੀਂ ਬੜੇ ਕਲੋਜ਼ਲੀ ਇਸ ਨੂੰ ਵਾਚ ਕਰੋ। पोल और सेंटर ऑफ कर्वेचर आ दे ਜਿਹੜੇ ਦੋ ਪੁਆਇੰਟਸ ਹੈ, ਜੇ ਇਹ ਦੋਨਾਂ ਨੂੰ ਮਿਲਾਤਾ ਜਾਵੇ ਔਰ ਦੋਨੋਂ ਪਾਸੋਂ ਵਧਾਤਾ ਜਾਵੇ, then this is known as principal axis। ਇਸ ਇਮੇਜਿਨਰੀ ਲਾਈਨ ਨੂੰ, ਜਿਹੜੀ ਕਾਲਪਨਿਕ ਰੇਖਾ ਖਿੱਚੀ ਹੈ ਜਿਹੜੀ ਦੋਨਾਂ ਚੋਂ ਸੈਂਟਰ ਆਫ ਕਰਵੇਚਰ ਚੋਂ ਤੇ ਪੋਲ ਦੇ ਵਿੱਚੋਂ ਲੰਘਦੀ ਹੈ, ਉਸ ਨੂੰ ਅਸੀਂ ਬੋਲਦੇ ਆ ਪ੍ਰਿੰਸੀਪਲ ਐਕਸਿਸ। ਪ੍ਰਿੰਸੀਪਲ एक्सिस, ਇਹਨੂੰ ਅਸੀਂ ਮੁੱਖ ਧੁਰਾ ਵੀ ਬੋਲ ਸਕਦੇ ਹਾਂ। ਤਾਂ ਹੁਣ ਦੂਸਰੀ ਗੱਲ ਇੱਕ ਦੇਖਣੀ ਹੈ ਕਿ ਜੇ ਵਕਰਤਾ ਕੇਂਦਰ ਹੈ ਜਿਹੜਾ, ਇਹ ਵਕਰਤਾ ਕੇਂਦਰ ਅਤੇ ਪੋਲ ਦੇ ਵਿੱਚ ਦੀ ਜਿਹੜੀ ਦੂਰੀ ਹੈ ਇੱਥੋਂ ਦੀ ਲੈ ਕੇ ਇੱਥੇ ਤੱਕ, ਇਹ ਵਾਲੀ ਦੂਰੀ ਹੈ ਜਿਹੜੀ, ਇਹ r ਹੈ, ਜਿਸ ਨੂੰ ਅਸੀਂ ਬੋਲਦੇ ਹਾਂ ਰੇਡੀਅਸ ਆਫ ਕਰਵੇਚਰ, r। ਦਿਸ ਇਜ਼ ਨੋਨ ਐਸ ਰੇਡੀਅਸ ਆਫ ਕਰਵੇਚਰ। ਤੇ ਹੁਣ ਸਾਡੇ ਕੋਲ ਕੀ ਟਰਮੀਨੋਲੋਜੀ ਹੈ? ਸਭ ਤੋਂ ਪਹਿਲਾਂ ਪ੍ਰਿੰਸੀਪਲ ਆਫ ਐਕਸਿਸ, ਜਿਸ ਨੂੰ ਅਸੀਂ ਮੁੱਖ ਧੁਰਾ ਬੋਲਦੇ ਹਾਂ, ਦੂਜਾ ਪੋਲ, ਤੀਜਾ ਸੈਂਟਰ ਆਫ ਕਰਵੇਚਰ, ਚੌਥਾ ਰੇਡੀਅਸ ਹੈ ਜਿਹੜਾ ਅਰਧ ਵਿਆਸ, ਇਹ ਗੋਲੇ ਦਾ ਅਰਧ ਵਿਆਸ, ਉਹ ਦਰਪਣ ਦਾ ਵੀ ਕੀ ਹੋਏਗਾ? ਅਰਧ ਵਿਆਸ ਹੋਏਗਾ। ਸੋ ਇਹ ਟਰਮੀਨੋਲੋਜੀ ਬੜੀ ਇੰਪੋਰਟੈਂਟ ਹੈ ਰੇ ਡਾਇਗਰਾਮਸ ਬਣਾਉਣ ਲਈ ਤੇ ਇਹ ਸਮਝਣ ਲਈ ਕਿ ਕਿਸ ਤਰ੍ਹਾਂ ਦੇ ਪ੍ਰਤੀਬਿੰਬ ਜਿਹੜਾ ਅਵਤਲ ਦਰਪਣ ਹੈ ਉਹ ਬਣਾਏਗਾ। ਸਾਨੂੰ ਬੜੀ ਲੋੜ ਪੈਣੀ ਹੈ ਇਸ ਚੀਜ਼ ਦੀ। ਸੋ ਇਹਦੀ ਕੰਟੀਨਿਊਟੀ 'ਚ ਅੱਗੇ ਚੱਲਦੇ ਹਾਂ। ਹੁਣ ਇਹਦੀਆਂ ਕੁਝ ਚਿੰਨ੍ਹ ਪਰੰਪਰਾਵਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਸਾਈਨ ਕਨਵੈਨਸ਼ਨਸ ਬੋਲਦੇ ਹਾਂ। ਸੋ ਸਾਈਨ ਕਨਵੈਨਸ਼ਨਸ ਬਾਰੇ ਅਸੀਂ ਡਿਸਕਸ਼ਨ ਕਰਾਂਗੇ। ਸਾਈਨ ਕਨਵੈਨਸ਼ਨਸ 'ਚ ਬੇਟੇ ਇੱਕ ਗੱਲ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਮੰਨ ਲਓ ਇਹ ਪ੍ਰਿੰਸੀਪਲ ਐਕਸਿਸ ਹੈ ਜਿਸ ਨੂੰ ਅਸੀਂ ਮੁੱਖ ਧੁਰਾ ਬੋਲਦੇ ਹਾਂ ਤੇ ਆ ਸਾਡਾ ਬਾਹਰਲੀ ਸਤ੍ਹਾ ਪੋਲਿਸ਼ਡ ਹੈ। ਸੋ ਇਹ ਕਨਕੇਵ ਮਿਰਰ ਹੈ ਸਾਡੇ ਕੋਲ, ਜਿਸ ਨੂੰ ਅਸੀਂ ਅਵਤਲ ਦਰਪਣ ਕਹਿੰਦੇ ਹਾਂ। ਬੇਟਾ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਮੁੱਖ ਧੁਰੇ ਦੇ ਬਿਲਕੁਲ ਸਮਾਨਾਂਤਰ ਪ੍ਰਕਾਸ਼ ਦੀ ਕਿਰਨ ਆਈ ਹੈ, ਬਿਲਕੁਲ ਪੈਰਲਲ ਰੇਜ਼ ਹੈ। ਆ ਪੈਰਲਲ ਰੇ, ਜੇ ਕੋਈ ਵੀ ਰੇ ਪੈਰਲਲ ਮੁੱਖ ਧੁਰੇ ਦੇ ਹੋਏਗੀ, ਪ੍ਰਿੰਸੀਪਲ ਐਕਸਿਸ ਤੇ ਪੈਰਲਲ ਹੋਏਗੀ, ਤਾਂ ਉਹ
दर्पण तो इधर ਨੂੰ ਪਰਾਵਰਤਿਤ ਹੋ ਜਾਣੀ ਹੈ। ਆਪਾਂ ਨੂੰ ਪਤਾ ਪ੍ਰਕਾਸ਼ ਦਾ ਪਰਾਵਰਤਨ ਹੋ ਜਾਣਾ ਤਾਂ ਉਹ ਕਿੱਥੋਂ ਦੀ ਲੰਘ ਜਾਣੀ ਹੈ, ਜਿਹੜੇ ਬਿੰਦੂ ਤੋਂ ਲੰਘਣੀ ਹੈ ਪ੍ਰਿੰਸੀਪਲ ਐਕਸਿਸ ਤੋਂ ਉਸ ਨੂੰ ਅਸੀਂ ਬੋਲਾਂਗੇ F, ਇਹਨੂੰ ਬੋਲਾਂਗੇ ਮੁੱਖ ਫੋਕਸ। ਮੁੱਖ फोकस। सो मुख्य फोकस क्या है? अवतल दर्पण का मुख्य फोकस मुख्य धुरे के उत्ते वो बिंदु है जदों प्रकाश दीयां किरणां समानांतर आ रही होण मुख्य धुरे दे और परावर्तित होकर जिहड़े बिंदु तो लंघण उहनूं मुख्य फोकस कहा जाएगा। सानूं पता है इत्थे ये वाला बिंदु सीगा जिहड़ा ये वाला पोल सीगा जिसनूं असीं शीर्ष बोलिया सीगा। सो पोल ते फोकस हुण जिन्नियां भी रेज आणगियां, मान लो एक रे हो रही, एक प्रकाश की किरण हो रही, ये भी मुख्य धुरे के समानांतर है मान लो, तो आ प्रकाश की किरण भी किथों किथों निकलेगी, इन्हें भी मुख्य फोकस तो ही निकलना है, ये गल याद रखनी है। इसी तरीके नाल जे एक होर प्रकाश की किरण आ रही है और पैरेलल है प्रिंसिपल एक्सिस दे, वो भी किथों निकलेगी, मुख्य फोकस से। ये साडी पहली साइन कन्वेंशन है, इन्हू याद रखना है कि when a ray of light which is parallel to principal axis after reflection from the concave mirror it shall pass from the principal focus. And what is principal focus? It is a point on principal axis from which ray after reflection, ray which is parallel to principal axis after reflection meets at a point, cross from the point. So दूजी साडी साइन कन्वेंशन ये भी है, दोबारा ये डायग्राम देखने की लोड़ है। ये डायग्राम दोबारा देखो कि आ साडा प्रिंसिपल एक्सिस है, आ रे है जिहड़ी, और ये प्रिंसिपल एक्सिस ते आ वाला बिंदु असीं पढ़ चुके हैं, यह मुख्य फोकस सीगा। ते जे कोई रे मुख्य फोकस चों निकलेगी, जे कोई रे मुख्य फोकस चों निकलेगी, मान लो ये रे मुख्य फोकस चों निकल रही है और ये मुख्य फोकस चों निकलने तो बाद इत्थे जाके की करेगी, रिफ्लेक्ट होएगी, परावर्तित होएगी। तो परावर्तन होया, परावर्तन तो बाद एक ही हो जाएगी पैरेलल टू प्रिंसिपल एक्सिस। यानी पहले केस का टोटल कन्वर्स है, जे कोई रे पैरेलल टू प्रिंसिपल एक्सिस से रिफ्लेक्शन तो बाद फोकस चों लंघेगी। दूजा है जे कोई फोकस चों मुख्य फोकस चों रे लंघ रही है प्रकाश की, तो वो रिफ्लेक्शन तो बाद कित्थों दी लंघनी शुरू हो जाएगी, पैरेलल टू प्रिंसिपल एक्सिस। और एक तीजा केस है साडे कोल, जिहड़ी तीजी साइन कन्वेंशन है कि जेकर इत्थे बेटा सी सीगा जिसनूं असीं बोलदे सी सेंटर ऑफ कर्वेचर, ये साडा फोकस सीगा, ये साडा सेंटर ऑफ कर्वेचर सीगा। जे कोई सी तो प्रकाश की किरण लंघेगी, मान लो कोई प्रकाश की किरण सी तो लंघ रही है, तो वह इधर जा रही सी, तो वह अपवर्तन तो बाद वापस सी तो ही लंघेगी। सो दीज आर थ्री साइन कन्वेंशनस जिन्हां बारे साडा पढ़ना बहुत जरूरी है, सानू समझना बहुत जरूरी है। इस दे नाल सानू बहुत ज़्यादा पता लगना भी किवें रे डायग्राम्स बनणगियां। सो इहदे लई एक वीडियो भी है, तुसीं इस वीडियो नू देखो जिस च तीनों साइन कन्वेंशनस बारे मतलब पता लग रहा है। सो हैव ए लुक ऑन दिस। सो प्यारे विद्यार्थियों, कुछ रूल्स है रे डायग्राम बनाने दे। तो सब तो पहला सानू ध्यान देना पेगा, साडे कोल दे सामने दिखाई दे रही है स्क्रीन ते एक रे डायग्राम जिस दे विच कनकेव मिरर तो एक इमेज फॉर्मेशन हुई हुई है। तो सब तो पहला जिहड़ी साइन कन्वेंशन है कि जदों भी कोई रे ऑफ लाइट पैरेलल टू प्रिंसिपल एक्सिस चलेगी तो वो परावर्तन तो बाद मुख्य फोकस दे विचों दी क्रॉस करेगी, ये रूल है। सैकेंड साइन कन्वेंशन है कि जदों भी कोई रे ऑफ लाइट फोकस दे विचों निकलेगी ते दर्पण तो परावर्तन हो जाएगा उदा, तो वो पैरेलल टू प्रिंसिपल एक्सिस मुख्य धुरे दे पैरेलल चली जाएगी। इसी तरह थर्ड साइन कन्वेंशन है कि व्हेन ए रे ऑफ लाइट्स passes from center of curvature then रिफ्लेक्शन तो बाद फिर दोबारा हो सेंटर ऑफ कर्वेचर तो लंघे।
ਤਾਂ ਬੱਚਿਓ ਤੁਸੀਂ ਦੇਖ ਸਕਦੇ ਹੋ ਕਿ ਇਮੇਜ ਫਾਰਮੇਸ਼ਨ ਬਾय ਕਨਕੇਵ ਮਿਰਰ ਕਿ ਅਵਤਲ ਜਿਹੜਾ ਦਰਪਣ ਹੈ ਉਹਦੇ ਰਾਹੀਂ ਕਿੱਦਾਂ ਦੇ ਇਮੇजेस ਬਣਨਗੇ। ਤਾਂ ਸਾਡੇ ਕੋਲ ਕੁਝ ਕੇਸ ਹੈ, ਅਸੀਂ ਕੇਸ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਮੈਨੇ ਇਹ ਅਵਤਲ ਦਰਪਣ ਯਾਨੀ ਕਨਕੇਵ ਮਿਰਰ ਬਣਾਇਆ ਹੋਇਆ ਜਿਹਦੀ ਆਊਟਰ ਸਾਈਡ ਪੋਲਿਸ਼ਡ ਹੈ। ਤਾਂ ਤੁਸੀਂ ਦੇਖ ਸਕਦੇ ਹੋ ਇਹ ਪੋਲ ਹੈ, ਇਹ ਫੋਕਸ ਹੈ, ਇਹ ਸੈਂਟਰ ਆਫ ਕਰਵੇਚਰ ਹੈ। ਤੇ ਆਪਾਂ ਫਸਟ ਕੇਸ ਸਟੱਡੀ ਕਰਦੇ ਹਾਂ। ਆਪਾਂ ਮੰਨ ਕੇ ਚੱਲਦੇ ਹਾਂ ਕਿ ਵੈਨ ਦਾ ਆਬਜੈਕਟ ਇਜ਼ ਐਟ ਇਨਫਿਨਿਟੀ, ਇਨਫਿਨਿਟੀ ਮਤਲਬ ਵਸਤੂ ਅਨੰਤ ਤੇ ਪਈ ਹੈ, ਪਤਾ ਨਹੀਂ ਸਾਨੂੰ ਕਿੱਥੇ ਪਈ ਹੈ। ਤਾਂ ਵਸਤੂ ਤੋਂ ਰਿਫਲੈਕਟ ਹੋ ਕੇ ਕਿਰਨਾਂ ਆ ਰਹੀਆਂ। ਅਸੀਂ ਮੰਨ ਕੇ ਚੱਲ ਰਹੇ ਹਾਂ ਜਿਹੜੀਆਂ ਬਹੁਤ ਦੂਰ ਤੋਂ ਕਿਰਨਾਂ ਆ ਰਹੀਆਂ ਉਹ ਕਿਰਨਾਂ ਕਿੱਦਾਂ ਆ ਰਹੀਆਂ ਹੋਣਗੀਆਂ, ਦੇ ਮਾਈਟ ਬੀ ਪੈਰਲਲ ਟੂ ਪ੍ਰਿੰਸੀਪਲ ਐਕਸਿਸ, ਉਹ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੋਣਗੀਆਂ। ਤਾਂ ਉਹ ਪੈਰਲਲ ਕਿਰਨ ਜਿਹੜੀ ਆਈ ਹੈ ਆਪਾਂ ਨੇ ਸਾਈਨ ਕਨਵੈਨਸ਼ਨ ਚ ਪੜਿਆ ਸੀ, ਉਹ ਰਿਫਲੈਕਟ ਹੋ ਕੇ ਕਿਧਰੋਂ ਦੀ ਜਾਣੀ ਹੈ, ਫੋਕਸ ਦੇ ਵਿੱਚੋਂ ਜਾਣੀ ਹੈ, ਸਾਨੂੰ ਪਤਾ ਇਹ। ਦੂਸਰਾ, ਜੇ ਇਹ ਕਿਰਨ ਇੱਥੇ ਮੰਨ ਲਓ ਇਹ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਚੱਲ ਰਹੀ ਹੈ, ਆਹ ਕਿਰਨ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਚੱਲ ਰਹੀ ਹੈ, ਤਾਂ ਇਹ ਵੀ ਰਿਫਲੈਕਟ ਹੋ ਕੇ ਇੱਥੋਂ ਦੀ ਰਿਫਲੈਕਟ ਹੋ ਜਾਣੀ ਹੈ। ਤਾਂ ਇਹ ਰਿਫਲੈਕਟ ਹੋ ਕੇ ਕਿੱਥੋਂ ਨਿਕਲਣੀ ਹੈ, ਫੋਕਸ ਚੋਂ ਨਿਕਲਣੀ ਹੈ, ਮੁੱਖ ਫੋਕਸ ਚੋਂ ਨਿਕਲਣੀ ਹੈ। ਮੰਨ ਲਓ ਇਸ ਤਰ੍ਹਾਂ ਜਿੰਨੀਆਂ ਵੀ ਰੇਜ਼ ਆਫ ਲਾਈਟ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੋਣਗੀਆਂ ਉਹ ਸਾਰੀਆਂ ਕਿੱਥੋਂ ਨਿਕਲਣਗੀਆਂ, ਮੁੱਖ ਫੋਕਸ ਚੋਂ। ਆ ਇੱਕ ਰੇਜ਼ ਗਈ ਹੈ ਇੱਥੋਂ ਦੀ ਰਿਫਲੈਕਟ ਹੋ ਕੇ, ਇਹ ਵਾਪਸ ਕਿੱਥੋਂ ਨਿਕਲੇਗੀ, ਪ੍ਰਿੰਸੀਪਲ ਫੋਕਸ ਤੋਂ। ਸੋ ਕਹਿਣ ਦਾ ਮਤਲਬ ਹੈ ਜਿੰਨੀਆਂ ਵੀ ਰੇਜ਼ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੋਣਗੀਆਂ, ਇਹ ਫਸਟ ਕੇਸ ਹੈ ਕਿ ਇਹ ਸਾਰੀਆਂ ਕਿਰਨਾਂ ਨੇ ਰਿਫਲੈਕਸ਼ਨ ਤੋਂ ਬਾਅਦ ਜਿਹੜੇ ਬਿੰਦੂ ਤੇ ਮਿਲਣਾ ਹੈ ਉਹ ਪ੍ਰਿੰਸੀਪਲ ਫੋਕਸ ਹੋਏਗਾ। ਤੇ ਫੋਕਸ ਦੇ ਉੱਤੇ ਉਸ ਵਸਤੂ ਦਾ ਜਿਹੜੀ ਅਨੰਤ ਤੇ ਪਈ ਹੈ ਉਹਦਾ ਇੱਕ ਪ੍ਰਤੀਬਿੰਬ ਬਣੇਗਾ। ਕਿੱਦਾਂ ਦਾ ਪ੍ਰਤੀਬਿੰਬ ਬਣੇਗਾ, ਬਿਲਕੁਲ ਛੋਟਾ, ਬਹੁਤ ਛੋਟਾ, ਛੋਟਾ ਆਕਾਰ ਹੋਏਗਾ। ਇਟ ਸ਼ੈਲ ਬੀ ਵੈਰੀ diminished image ਤੇ ਰੀਅਲ ਇਮੇਜ ਵਾਸਤਵਿਕ ਪ੍ਰਤੀਬਿੰਬ ਬਣੇਗਾ, ਵਾਸਤਵਿਕ ਪ੍ਰਤੀਬਿੰਬ ਬਣੇਗਾ, ਛੋਟਾ ਬਣੇਗਾ ਤੇ ਇਨਵਰਟਿਡ ਬਣੇਗਾ, ਉਲਟਾ ਪ੍ਰਤੀਬਿੰਬ ਬਣੇਗਾ। ਸੋ ਬੇਟਾ ਆ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣਿਆ ਉਸ ਨੂੰ ਅਸੀਂ ਬੋਲਾਂਗੇ ਵੀ ਪ੍ਰਤੀਬਿੰਬ ਦੀ ਪ੍ਰਕਿਰਤੀ ਕਿਦਾਂ ਦੀ ਸੀ। ਇਸੇ ਤਰ੍ਹਾਂ ਸਾਡੇ ਕੋਲ ਸੈਕੰਡ ਕੇਸ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਸੈਕੰਡ ਕੇਸ ਦੇ ਵਿੱਚ ਕੀ ਹੈ ਕਿ ਹੁਣ ਸਾਡੇ ਕੋਲ ਜਿਹੜੀ ਵਸਤੂ ਪਹਿਲੇ ਕੇਸ ਦੇ ਵਿੱਚ ਅਨੰਤ ਤੇ ਪਈ ਸੀ ਅਸੀਂ ਕੋਲ ਲਿਆਏ ਆ, ਉਹ ਵਸਤੂ ਅਸੀਂ ਇੱਥੇ ਰੱਖ ਦਿੰਦੇ ਆ ਸੈਂਟਰ ਆਫ ਕਰਵੇਚਰ ਤੋਂ ਥੋੜਾ ਜਿਹਾ ਪਿੱਛੇ, ਯਾਨੀ ਉਹ ਵਸਤੂ ਸੈਂਟਰ ਆਫ ਕਰਵੇਚਰ ਤੋਂ ਪਰੇ ਪਈ ਹੈ, ਵਕਰਤਾ ਕੇਂਦਰ ਤੋਂ ਪਰੇ ਪਈ ਹੈ। ਤਾਂ ਸਾਨੂੰ ਪਤਾ ਹੈ ਕਿ ਰੇ ਆਫ ਲਾਈਟ ਕਿੱਥੋਂ ਚੱਲਣੀ ਹੈ, ਰੇ ਆਫ ਲਾਈਟ ਚੱਲੇਗੀ ਵਸਤੂ ਤੋਂ। ਵਸਤੂ ਏ ਵੀ ਹੈ, ਕੋਈ ਵੀ ਵਸਤੂ ਏ ਵੀ ਪਈ ਹੈ, ਤਾਂ ਇਹ ਰੇ ਆਫ ਇੱਥੋਂ ਲਾਈਟ ਗਈ, ਜਦੋਂ ਪ੍ਰਕਾਸ਼ ਦੀ ਕਿਰਨ ਇੱਥੋਂ ਗਈ ਤਾਂ ਸਾਨੂੰ ਪਤਾ ਹੈ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੈ, ਤਾਂ ਇਹ ਕਿੱਥੋਂ ਨਿਕਲੇਗੀ, ਬਿਲਕੁਲ ਠੀਕ, ਇਹ ਫੋਕਸ ਚੋਂ ਨਿਕਲ ਜਾਏਗੀ। ਸਾਨੇ ਦੇਖ ਲਿਆ ਵੀ ਇਹ ਫੋਕਸ ਚੋਂ ਨਿਕਲ ਗਈ। ਦੂਜਾ, ਜੇ ਅਸੀਂ ਇੱਥੋਂ ਦੀ ਸੈਂਟਰ ਆਫ ਕਰਵੇਚਰ ਚੋਂ ਇੱਕ ਕਿਰਨ ਕੱਢਾਂਗੇ ਤਾਂ ਸਾਈਨ ਕਨਵੈਨਸ਼ਨ ਸਾਨੂੰ ਕੀ ਕਹਿੰਦੀ ਸੀ ਕਿ ਜਿਹੜੀ ਕਿਰਨ ਸੈਂਟਰ ਆਫ ਕਰਵੇਚਰ ਤੋਂ ਨਿਕਲੇਗੀ ਉਹ ਮੁੜ ਕੇ ਦੁਬਾਰਾ ਪਰਾਵਰਤਿਤ ਹੋ ਕੇ ਮੁੜ ਕੇ ਫਿਰ ਦੁਬਾਰਾ ਸੈਂਟਰ ਆਫ ਕਰਵੇਚਰ ਵੱਲ ਜਾਏਗੀ। ਯਾਨੀ ਇਹ ਦੋਨੋਂ ਕਿਰਨਾਂ ਇਹ ਇੱਥੋਂ ਦੀ ਇੱਧਰ, ਇਹ ਸੈਂਟਰ ਆਫ ਕਰਵੇਚਰ ਤੋਂ ਇੱਥੇ ਇਸ ਪੁਆਇੰਟ ਤੇ ਮੀਟ ਕੀਤੀਆਂ, ਔਰ ਇੱਥੇ ਤੁਸੀਂ ਧਿਆਨ ਨਾਲ ਦੇਖੋਗੇ ਕਿ ਇੱਥੇ ਵਸਤੂ ਦਾ ਪ੍ਰਤੀਬਿੰਬ ਬਣ ਜਾਏਗਾ। ਸੋ ਇਹ ਉਲਟਾ ਪ੍ਰਤੀਬਿੰਬ ਬਣ ਗਿਆ। ਇਹ ਵਸਤੂ ਏ ਬੀ ਸੀਗੀ, ਸੋ ਇਹ ਬੀ ਡੈਸ਼ ਏ ਡੈਸ਼, ਯਾਨੀ ਇਸ ਵਸਤੂ ਦਾ ਪ੍ਰਤੀਬਿੰਬ ਇਹ ਬਣ ਗਿਆ। ਤਾਂ ਇਹ ਪ੍ਰਤੀਬਿੰਬ ਕੀ ਬਣਿਆ, ਇਸ ਵਸਤੂ ਨਾਲੋਂ ਛੋਟਾ ਬਣਿਆ, ਉਲਟਾ ਬਣਿਆ ਤੇ ਵਾਸਤਵਿਕ ਬਣਿਆ। ਵਾਸਤਵਿਕ ਦਾ ਮਤਲਬ ਤਾਂ ਹੈ ਬੇਟਾ ਕਿਉਂਕਿ ਜਦੋਂ ਰੇਜ਼ ਆਫ ਲਾਈਟ ਐਕਚੁਅਲੀ ਮੀਟ ਕਰਦੀ ਹੈ ਕਿਸੇ ਬਿੰਦੂ ਦੇ ਉੱਤੇ ਤਾਂ ਅਸੀਂ ਉਸ ਨੂੰ ਕਹਿੰਦੇ ਆ ਵੀ ਰੀਅਲ ਇਮੇਜ ਜਾਂ ਵਾਸਤਵਿਕ ਪ੍ਰਤੀਬਿੰਬ ਬਣਿਆ ਹੈ। ਸੋ ਇਹ ਦੋ ਕੇਸ ਹੋ ਗਏ। ਯਸ ਬੇਟਾ ਜੀ, ਨੈਕਸਟ ਸਾਡਾ ਕੇਸ 3 ਹੈ ਇਮੇਜ ਫਾਰਮੇਸ਼ਨ ਬਾय ਕਨਕੇਵ ਮਿਰਰ ਦਾ, ਕਿ ਵੈਨ ਰੇ ਆਫ ਇੱਕ ਸਾਡੇ ਕੋਲ ਇੱਕ ਆਬਜੈਕਟ ਹੈ ਜਿਹੜਾ ਸੈਂਟਰ ਆਫ ਕਰਵੇਚਰ ਤੇ ਪਿਆ। ਸੈਂਟਰ ਆਫ ਕਰਵੇਚਰ ਸਾਨੂੰ ਪਤਾ ਸੀ ਵੀ ਇਹ ਗੋਲੇ ਦਾ ਇੱਕ ਸੈਂਟਰ ਹੈ, ਅਸੀਂ ਮੰਨ ਕੇ ਚੱਲ ਰਹੇ ਹਾਂ ਵੀ ਇਹ ਸੈਂਟਰ ਹੈ। ਤਾਂ ਇਹ ਸੈਂਟਰ ਤੋਂ ਇੱਕ ਆ ਵਸਤੂ ਪਈ ਹੈ, ਵਸਤੂ ਏ ਵੀ ਹੈ, ਇਹ ਸੈਂਟਰ ਆਫ ਕਰਵੇਚਰ ਸੀ ਤੇ ਪਈ ਹੈ, ਮੰਨ ਲਓ ਸੈਂਟਰ ਆਫ ਕਰਵੇਚਰ ਹੈ ਇਹ। ਤਾਂ ਇੱਥੋਂ ਦੀ ਜਿਹੜੀ ਰੇ ਆਫ ਲਾਈਟ ਜਾਏਗੀ ਉਹ ਰੇ ਆਫ ਲਾਈਟ ਕਿੱਥੋਂ ਲੰਘਣੀ ਹੈ, ਉਹ ਜਿਹੜੇ ਪੁਆਇੰਟ ਤੋਂ ਲੰਘਣੀ ਹੈ ਉਹ ਪੁਆਇੰਟ ਨੂੰ ਅਸੀਂ ਫੋਕਸ ਬੋਲਦੇ ਹੁੰਦੇ ਹਾਂ, ਸਾਨੂੰ ਪਤਾ ਹੈ ਪ੍ਰਿੰਸੀਪਲ ਫੋਕਸ ਹੈ। ਬਟ
ਜੇ ਰੇ ਆਫ ਲਾਈਟ ਇੱਕ ਇੱਥੋਂ ਦੀ ਜੇ ਫੋਕਸ ਚੋਂ ਲੰਘਦੀ ਹੈ ਤਾਂ ਫਿਰ ਉਹ ਫੋਕਸ ਤੋਂ ਲੰਘ ਕੇ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੋ ਜਾਂਦੀ ਹੈ ਬੇਟੇ। ਦੁਬਾਰਾ ਦੇਖੋ, ਇੱਥੋਂ ਰੇ ਆਫ ਲਾਈਟ ਆਬਜੈਕਟ ਤੋਂ ਗਈ, ਪੈਰਲਲ ਟੂ ਪ੍ਰਿੰਸੀਪਲ ਐਕਸਿਸ ਸੀ, ਫੋਕਸ ਚੋਂ ਲੰਘ ਗਈ, ਜਿਹੜੀ ਫੋਕਸ ਚੋਂ ਗਈ ਹੈ ਉਹ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੋ ਗਈ, ਤੇ ਇੱਥੇ ਹੀ ਇਸ ਏ ਬੀ ਜਿਹੜੀ ਵਸਤੂ ਸੀ ਉਹਦਾ ਪ੍ਰਤੀਬਿੰਬ ਉਲਟਾ ਇੱਥੇ ਹੀ A ਡੈਸ਼ B ਡੈਸ਼ ਉਲਟਾ ਪ੍ਰਤੀਬਿੰਬ ਬਣ ਗਿਆ। ਸੋ ਪ੍ਰਤੀਬਿੰਬ ਦੀ ਜਿਹੜੀ ਪ੍ਰਕਿਰਤੀ ਸੀ ਉਹ ਕਿੱਦਾਂ ਦੀ ਬਣੀ? ਸੇਮ ਸਾਈਜ਼ ਉਹਦਾ ਸੇਮ ਸੀ, ਐਟ C ਪ੍ਰਤੀਬਿੰਬ ਬਣਿਆ। ਸੋ ਪ੍ਰਤੀਬਿੰਬ ਵਸਤੂ ਕਿੱਥੇ ਸੀ? C ਤੇ ਪ੍ਰਤੀਬਿੰਬ ਵੀ ਕਿੱਥੇ ਬਣਿਆ? C ਤੇ। ਤਾਂ ਸੇਮ ਸਾਈਜ਼ ਦਾ ਬਣੇਗਾ, ਉਲਟਾ ਬਣੇਗਾ ਤੇ ਬਿਲਕੁਲ ਠੀਕ ਵਾਸਤविक ਬਣੇਗਾ। ਸੋ ਇੱਕ ਰੀਅਲ ਇਮੇਜ ਬਣੇਗਾ, ਇਨਵਰਟਡ ਬਣੇਗਾ, ਸੇਮ ਸਾਈਜ਼ ਦਾ ਬਣੇਗਾ। ਇਹ ਸਾਡਾ ਕੇਸ 3 ਸੀ। ਹੁਣ ਮੂਵ ਔਨ ਕਰਦੇ ਹਾਂ ਕੇਸ 4 ਤੇ। ਤਾਂ ਕੇਸ 4 ਤੇ ਤੁਸੀਂ ਹੋਰ ਜ਼ਿਆਦਾ ਅੱਗੇ ਲੈ ਕੇ ਜਾਓ ਆਪਣੀ ਜਿਹੜਾ ਆਬਜੈਕਟ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਆਬਜੈਕਟ ਨੂੰ ਬਿਟਵੀਨ ਫੋਕਸ ਐਂਡ ਸੈਂਟਰ ਆਫ ਕਰਵੇਚਰ ਰੱਖੀਏ। ਅਸੀਂ ਇਹ ਆਬਜੈਕਟ ਆਪਣਾ ਫੋਕਸ ਤੇ ਸੈਂਟਰ ਆਫ ਕਰਵੇਚਰ ਦੇ ਵਿੱਚ ਰੱਖਿਆ। ਇੱਕ ਰੇ ਆਫ ਲਾਈਟ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਜਾਏਗੀ ਤੇ ਸਾਨੂੰ ਪਤਾ ਹੈ ਪੈਰਲਲ ਵਾਲੀ ਫੋਕਸ ਦੇ ਵਿੱਚੋਂ ਨਿਕਲਦੀ ਹੁੰਦੀ ਹੈ, ਫੋਕਸ ਦੇ ਵਿੱਚੋਂ ਨਿਕਲਦੀ ਹੈ, ਤੇ ਦੂਸਰੀ ਕਿਰਨ ਜਿਹੜੀ ਫੋਕਸ ਚੋਂ ਨਿਕਲੇਗੀ, ਜਿਹੜੀ ਫੋਕਸ ਚੋਂ ਨਿਕਲੇਗੀ ਉਹ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੋ ਜਾਏਗੀ ਰਿਫਲੈਕਸ਼ਨ ਤੋਂ ਬਾਅਦ। ਤੁਸੀਂ ਦੇਖੋ ਉਹ ਕਿੱਥੇ ਹੋ ਜਾਏਗੀ? ਪੈਰਲਲ ਟੂ ਪ੍ਰਿੰਸੀਪਲ ਐਕਸਿਸ। ਤਾਂ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਇੱਥੇ ਜਾ ਕੇ ਇਸ ਪੁਆਇੰਟ ਦੇ ਉੱਤੇ ਜਾ ਕੇ ਇਹ ਮੀਟ ਕਰੇਗੀ। ਤਾਂ ਇੱਥੇ ਇੱਕ ਉਲਟਾ ਪ੍ਰਤੀਬਿੰਬ, ਇਹ ਜਿਹੜੀ ਵਸਤੂ AB ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਦਾ ਉਲਟਾ ਪ੍ਰਤੀਬਿੰਬ B ਡੈਸ਼ A ਡੈਸ਼ ਤੁਸੀਂ ਦੇਖ ਸਕਦੇ ਹੋ। ਸੋ ਪ੍ਰਤੀਬਿੰਬ ਦੀ ਪ੍ਰਕਿਰਤੀ ਜੇ ਆਪਣੇ ਤੋਂ ਪੁੱਛੀ ਜਾਵੇ ਐਗਜ਼ਾਮੀਨੇਸ਼ਨ ਦੇ ਵਿੱਚ ਤਾਂ ਆਪਾਂ ਕਵਾਂਗੇ ਪ੍ਰਤੀਬਿੰਬ ਕਿੱਦਾਂ ਦਾ ਬਣਿਆ? ਉਲਟਾ ਬਣਿਆ, ਵਾਸਤਵਿਕ ਬਣਿਆ ਤੇ ਵਸਤੂ ਨਾਲੋਂ ਵੱਡਾ ਬਣਿਆ। ਤੁਸੀਂ ਦੇਖ ਸਕਦੇ ਹੋ। ਸੋ ਇਹ ਚੌਥਾ ਕੇਸ ਹੋ ਗਿਆ। When the object is placed between F and C, then it's magnified, inverted, and real image is formed beyond C. ਤਾਂ C ਤੋਂ ਪਰੇ ਇਸ ਦਾ ਪ੍ਰਤੀਬਿੰਬ ਬਣੇਗਾ ਉਲਟਾ ਵਾਸਤਵਿਕ। ਤਾਂ ਬੇਟੇ ਦੇਖੋ ਸਾਡੇ ਕੋਲ ਹੁਣ ਕੇਸ 5 ਹੈ ਇਮੇਜ ਫਾਰਮੇਸ਼ਨ ਬਾਈ ਕਨਕੇਵ ਮਿਰਰਸ ਦਾ। ਹੁਣ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਸਾਡੇ ਕੋਲ ਜਿਹੜੀ ਵਸਤੂ ਹੈ ਹੁਣ ਉਹ ਫੋਕਸ ਤੇ ਪਈ ਹੈ। ਆ ਸਾਡੇ ਕੋਲ ਇੱਕ ਵਸਤੂ ਹੈ, ਇਹ ਫੋਕਸ ਤੇ ਪਈ ਹੈ। ਤਾਂ ਸਾਨੂੰ ਬਹੁਤ ਕਲੀਅਰ ਪਤਾ ਹੈ ਵੀ ਇੱਥੋਂ ਦੀ ਜਿਹੜੀ ਰੇ ਆਫ ਲਾਈਟ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੋਏਗੀ ਉਹ ਮੁੜ ਕੇ ਫੋਕਸ ਤੋਂ ਨਿਕਲ ਜਾਣੀ ਹੈ। ਸਾਈਨ ਕਨਵੈਨਸ਼ਨਸ ਜਿਵੇਂ ਸਾਨੂੰ ਦੱਸਦੀ ਹੈ ਕਿ ਜਿਹੜੀ ਰੇ ਆਫ ਲਾਈਟ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਹੋਏਗੀ ਉਹ ਫੋਕਸ ਤੋਂ ਨਿਕਲ ਜਾਏਗੀ। ਸਿਮਿਲਰਲੀ ਇਹ ਡਬਲ ਇੱਥੋਂ ਦੀ ਸੈਂਟਰ ਆਫ ਕਰਵੇਚਰ ਆਪਾਂ ਮੰਨ ਕੇ ਚੱਲ ਰਹੇ ਹਾਂ। ਸੈਂਟਰ ਆਫ ਕਰਵੇਚਰ ਤੋਂ ਜਿਹੜੀ ਰੇ ਆਫ ਲਾਈਟ ਨਿਕਲ ਰਹੀ ਹੈ ਉਹ ਵਾਪਸ ਟਕਰਾ ਕੇ ਸੈਂਟਰ ਆਫ ਕਰਵੇਚਰ ਚੋਂ ਨਿਕਲੇਗੀ। ਤਾਂ ਜਿਹੜਾ ਇਮੇਜ ਹੈ ਉਹ ਕਿੱਥੇ ਬਣੇਗਾ? ਇਨਫਿਨਿਟੀ ਤੇ, ਅਨੰਤ ਤੇ ਇਮੇਜ ਬਣੇਗਾ। ਤੇ ਇਮੇਜ ਬਣੇਗਾ ਵੀ कैसा? बहुत ਵੱਡਾ ਇਮੇਜ ਬਣੇਗਾ ਔਰ ਉਲਟਾ ਬਣੇਗਾ, ਵਾਸਤਵਿਕ ਬਣੇਗਾ। ਸੋ ਇਹ ਸਾਡਾ ਪੰਜਵਾਂ ਕੇਸ ਹੈ। ਜਦੋਂ ਫੋਕਸ ਦੇ ਉੱਤੇ ਕੋਈ ਆਬਜੈਕਟ ਰੱਖਿਆ, ਵਸਤੂ ਕਿੱਥੇ ਬਣੀ? ਇਨਫਿਨਿਟੀ ਤੇ। ਸਾਡੇ ਕੋਲ ਸਿਮਿਲਰਲੀ 6th ਕੇਸ ਹੈ। 6th ਕੇਸ ਦੇ ਵਿੱਚ ਸਾਡੇ ਕੋਲ ਹੁਣ ਸਾਨੂੰ ਪਤਾ ਵੀ ਇਹ ਪੋਲ ਹੈ, ਸਾਡੇ ਕੋਲ ਇਹ ਫੋਕਸ ਹੈ ਤੇ ਹੁਣ ਅਸੀਂ ਵਸਤੂ ਨੂੰ ਹੋਰ ਨੇੜੇ ਲੈ ਕੇ ਆਣਾ। ਤਾਂ ਵਸਤੂ ਅਸੀਂ ਮੰਨ ਕੇ ਚੱਲ ਰਹੇ ਹਾਂ ਵੀ ਪੋਲ ਤੇ ਫੋਕਸ ਦੇ ਵਿਚਕਾਰ ਸਾਡੇ ਕੋਲ ਇੱਕ ਵਸਤੂ ਪਈ ਹੈ। ਇੱਥੋਂ ਦੀ ਆ ਰੇ ਆਫ ਲਾਈਟ ਗਈ ਔਰ ਇਹ ਰੇ ਆਫ ਲਾਈਟ ਨੇ ਕਿੱਥੋਂ ਦੀ ਨਿਕਲਣਾ? ਇਹਨੇ ਬਿਲਕੁਲ ਫੋਕਸ ਚੋਂ ਨਿਕਲ ਜਾਣਾ। ਰੇ ਆਫ ਲਾਈਟ ਜਿਹੜੀ ਫੋਕਸ ਚੋਂ ਨਿਕਲੀ ਹੈ ਤੇ ਦੂਜੀ ਮੰਨ ਲਓ ਕਿ ਇੱਕ ਰੇ ਆਫ ਲਾਈਟ ਪੋਲ ਤੇ ਇੱਥੇ ਆ ਜਾ ਰਹੀ ਹੈ। ਤਾਂ ਜਿੰਨਾ ਐਂਗਲ ਆਫ ਇੰਸੀਡੈਂਸ ਹੋਏਗਾ ਉਨਾ ਹੀ ਐਂਗਲ ਆਫ ਰਿਫਲੈਕਸ਼ਨ ਵੀ ਹੋਏਗਾ। ਤਾਂ ਇਹ ਕਿਰਨਾਂ ਜਿਹੜੀਆਂ ਆ ਰਹੀਆਂ ਇਹ ਕਿਰਨਾਂ ਕਦੀ ਆਪਸ 'ਚ ਮਿਲਣਗੀਆਂ ਨਹੀਂ। ਦੁਬਾਰਾ ਮੈਂ ਐਕਸਪਲੇਨ ਕਰ ਸਕਦਾ ਕਿ ਫੋਕਸ ਤੇ ਪੋਲ ਦੇ ਵਿੱਚ ਜਿਹੜੀ ਵਸਤੂ ਪਈ ਹੈ, ਆ ਪ੍ਰਕਾਸ਼ ਦੀ ਕਿਰਨ ਗਈ, ਫੋਕਸ ਚੋਂ ਲੰਘ ਗਈ, ਜਿਹੜੀ ਇਧਰੋਂ ਗਈ ਉਹ ਇੱਧਰ ਲੰਘ ਗਈ।
क्यों इत्थे एंगल ऑफ इंसीडेंस तुसीं इत्थे लगा सकते हो कि असीं पढ़ के आए हैं एंगल इंसीडेंस और एंगल आर बराबर होणगे, तो ये कदी भी आपस च मिलणगियां नहीं, बट दे विल अपीयर टू मीट एट ए पॉइंट। ये रेज अपीयर टू मीट एट ए पॉइंट, जे इन्हां नूं पिछे वधाया जावे किते, पता नहीं किथे, तां इन्हां नूं पिछे वधाए जाण दी लोड़ है, किते ना किते जाके ये प्रतिबिंब मिलणगियां, प्रतीत होणगियां, मिलदियां प्रतीत होणगियां। तां ये जिहड़ा वस्तु साडी इत्थे ए बी वस्तु है, ओहदा प्रतिबिंब ए डैश बी डैश, ए बी वस्तु दा प्रतिबिंब कित्थे जाके बनेगा, बिहाइंड द मिरर, दर्पण के पीछे ए डैश बी डैश। और ये वास्तविक प्रतिबिंब नहीं है, ये आभासी है, ये आभासी मीन्स वर्चुअल इमेज है। आभासी प्रतिबिंब, आभासी प्रतिबिंब मैग्नीफाइड, हाईली मैग्नीफाइड, बहुत बड़ा एनलार्ज्ड इमेज बनया और सीधा इमेज बनया। सो 6 केसेस दे विच एक अजिहा इक्को ही केस है, when the object is placed between pole and focus, then image is formed behind the mirror which is erect, it is highly magnified and it is virtual। ये virtual है, आभासी है, क्योंकि रेज एक्चुअली मीट नहीं करदियां, दे अपीयर टू मीट। सो बच्चों असीं इस दे नाल क्लीयरली डिपिक्ट करता है भी हुण जिहड़ा अवतल दर्पण है ਉਹਦੇ 6 केसेस ने, when the object is at infinity, when the object is beyond C, when the object is placed at C, when object is placed between F and C, when it is placed at focus, and when it is placed between pole and focus of a concave mirror। ਤਾਂ ਸਾਨੇ किस तरह का प्रतिबिंब बनेगा रे डायग्राम के नाल नाल उन्हां दी प्रकृति भी लर्न करनी है, प्रैक्टिस करनी है। ਜਦੋਂ ਅਸੀਂ ਇਹ ਸਾਰੀਆਂ ਡਾਇਗਰਾਮਸ ਨੂੰ ਪੋਲ ਤੇ ਫੋਕਸ ਮਾਪ ਕੇ ਪੂਰਾ ਸਕੇਲ ਦੇ ਨਾਲ ਡਰਾਈਵ ਕਰਾਂਗੇ ਤਾਂ ਤੇ ਬਹੁਤ ਵਧੀਆ ਡਾਇਗਰਾਮਸ ਤੁਹਾਡੀ ਨੋਟਬੁੱਕ ਤੇ ਬਣਨਗੀਆਂ। ਸੋ ਪ੍ਰੈਕਟਿਸ ਕਰਨੀ ਹੈ ਇਹਨਾਂ ਦੀ 6 ਦੇ 6 ਕੇसेस ਦੀ, ਦੇ ਆਰ ਰੀਲੀ ਵੈਰੀ ਇੰਪੋਰਟੈਂਟ।